अस्सलाम वालेकुम। प्रोग्राम तफ्तीशी के साथ मैं हूं सलमान कुरैशी। नाजरीन, आज एक दोहरे कत्ल की वारदात के बारे में बात करेंगे जो फैक्ट्री एरिया के इलाका अब्बास नगर में हुई, जहां पर दो नौजवानों की लाशें खेतों से मिली। एक की शनाख्त असलम नाम से हुई और दूसरे की एहसान उर्फ सानी। असलम का ताल्लुक एक गरीब घराने से है। असलम को कत्ल क्यों किया गया, ये तमाम तफसीलात जानते हैं उसके भाई और बेवा की जुबानी कि असल में असलम का क्या कसूर था जिसे बेदर्दी के साथ पहले तशद्दुद का निशाना बनाया गया और उसके बाद उसे गोलियां मारकर मौत के घाट उतार दिया गया और लाशों को खेतों में फेंक दिया गया। भाई बड़ा अफसोसनाक वाकया की होया, किंज होया, ऐ सब कुछ थोड़ा दसो। सानू तो जी कोई पता नहीं। असी तो रहने हैं ननकाना साहब। ये मेरे वालद साहब का घर है। मेरे वालद साहब ने 2 शादियां की। असी पहली बेगम विचों हाँ, वो दूसरी बेगम विचों। असलम वड्डा भाई सी इधरों फैमिली, मेरे तो छोटा सी। सानू दूसरे दिन 12 बजे फोन गया है, तुहाडे भाई का कत्ल हो गया। ਅਸੀਂ ਕਿਹਾ ਉਹਦਾ ਕਿਸ ਤਰ੍ਹਾਂ ਕਤਲ ਹੋ ਗਿਆ ਹੈ, ਉਹਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ, ਨਹੀਂ ਤਲਕ ਹੈਗਾ ਕਿਸੇ ਨਾਲ, ਉਹ ਮਜ਼ਦੂਰੀ ਕਰਦਾ ਹੋਟਲ ਤੇ, ਉਹਦਾ ਕਿਸ ਤਰ੍ਹਾਂ ਕਤਲ ਹੋ ਗਿਆ। ਫਿਰ ਅਸੀਂ ਕਿਹਾ ਐਵੇਂ ਕਿਸੇ ਝੂਠ ਬੋਲਿਆ ਹੋਣਾ। ਫਿਰ ਦੁਬਾਰਾ ਅਸੀਂ ਫੋਨ ਕੀਤਾ, ਇਹਨਾਂ ਕਿਹਾ ਜੀ ਵਾਕਈ ਕਤਲ ਹੋ ਗਿਆ। ਅਸੀਂ ਕਿਹਾ ਹੋਇਆ ਕਿਸ ਤਰ੍ਹਾਂ। ਅਸੀਂ ਇੱਥੇ ਆ ਗਏ, ਪਤਾ ਲੱਗਿਆ ਜੀ ਘਰੋਂ 10 ਵਜੇ ਹੋਟਲ ਤੇ ਗਿਆ ਹੈ ਖਾਣਾ ਪਕਾਉਣ ਵਾਸਤੇ। ਠੀਕ ਹੈ। ਤੇ ਮਜ਼ਦੂਰੀ ਕਰਦਾ ਰੋਜ਼ ਜਾਂਦਾ। ਠੀਕ ਹੈ। ਜਦੋਂ ਉੱਥੇ ਗਿਆ, ਉੱਥੇ ਇਹਦਾ ਦੋਸਤ ਹੈ, ਇਹ ਜਿਹੜਾ ਬਣਿਆ ਜਾਂ ਨਹੀਂ ਬਣਿਆ ਸਾਨੂੰ ਨਹੀਂ ਪਤਾ। ਹੁਣ ਤੇ ਕਹਿੰਦੇ ਜੀ ਦੋਸਤ ਹੈ। ਅਸੀਂ ਉਹਦੀ ਸ਼ਕਲ ਹੀ ਅਸਲਮ ਦੇ ਨਾਲ ਵੇਖੀ। ਇਹਨਾਂ ਦੱਸਿਆ ਮੁੰਡਿਆਂ ਹੋਟਲ ਵਾਲਿਆਂ ਜੀ, ਉਹ ਮੁੰਡਾ ਆਇਆ ਨਾਲ ਇੱਥੇ। ਉਸ ਮੁੰਡੇ ਨੇ ਅਸਲਮ ਨੂੰ ਕਿਹਾ ਵੀ ਆ ਮੇਰੇ ਨਾਲ ਚੱਲੀਏ। ਅੱਛਾ। ਇਹਨਾਂ ਮੁੰਡਿਆਂ ਹੋਟਲ ਵਾਲਿਆਂ ਮਾਲਕ ਵੀ ਉਹਨੇ ਕਿਹਾ ਵੀ ਯਾਰ ਸਾਡਾ ਨਾ ਆਰਡਰ ਹੈ, ਅਸਲਮ ਨੂੰ ਅਸੀਂ ਨਹੀਂ ਜਾਣ ਦੇਣਾ। ਠੀਕ ਹੈ। ਤੁਸੀਂ ਇਹਨੂੰ ਨਾ ਲੈ ਕੇ ਜਾਓ। ਉਹਨੇ ਕਿਹਾ ਨਹੀਂ ਭਾਜੀ 10 ਮਿੰਟ ਸਾਨੂੰ ਲੱਗਣੇ ਨੇ, ਅਸੀਂ 10 ਮਿੰਟਾਂ ਦੇ ਵਿੱਚ ਨਾ ਵਾਪਸ ਆ ਜਾਣਾ। ਅਸਲਮ ਨੇ ਜਿਹੜਾ ਮੋਟਰਸਾਈਕਲ ਬੈਗ ਧੋਬੀ ਦੀ ਪਕੜੀ ਹੈ, ਮੋਬਾਈਲ ਇੱਕ ਮੁੰਡਾ ਉਹਦਾ ਦੋਸਤ ਹੈ ਤੰਦੂਰ ਤੇ ਰੋਟੀਆਂ ਲਾਉਂਦਾ, ਉਹਦਾ ਮੋਬਾਈਲ ਲਾਇਆ ਸੂ, ਆਪਣਾ ਮੋਬਾਈਲ ਬੰਦ ਸੀ ਉਹਦਾ। ਮੋਬਾਈਲ ਪਕੜਿਆ ਸੂ, ਮੋਟਰਸਾਈਕਲ ਤੇ ਬੈਠੇ ਨੇ ਚਲੇ ਗਏ। ਜਦੋਂ ਚਲੇ ਗਏ ਨੇ ਸਾਨੂੰ ਪਤਾ ਵੀ ਨਹੀਂ ਗਏ ਨੇ ਜਾਂ ਨਹੀਂ ਗਏ। ਸਾਨੂੰ ਤਾਂ ਕਿਸ ਤਰ੍ਹਾਂ ਘਰ ਹੈਗੇ। ਹਾਂਜੀ ਚਲੇ ਗਏ ਨੇ ਮੁੰਡੇ ਹੋਟਲ ਵਾਲੇ ਸਾਨੂੰ ਦੱਸਦੇ ਨੇ ਜੀ ਇਹ ਵਾਕਿਆ ਹੋਇਆ, ਇਸ ਤਰ੍ਹਾਂ ਗਏ ਨੇ ਸਾਡੇ ਕੋਲੋਂ। ਜਦੋਂ ਸਾਨੂੰ ਪਤਾ ਲੱਗਾ ਜੀ ਕਤਲ ਹੋ ਗਿਆ, ਉਹਨਾਂ ਮੁੰਡੇ ਸਾਡੇ ਘਰ ਆ ਕੇ ਦੱਸਿਆ ਹੋਟਲ ਵਾਲਿਆਂ ਨੇ ਅਸਲਮ ਕਤਲ ਹੋ ਗਿਆ। ਅਸੀਂ ਕਿਹਾ ਅਸਲਮ ਕਿਸ ਤਰ੍ਹਾਂ ਕਤਲ ਹੋ ਗਿਆ ਜੀ? ਉਹਨਾਂ ਕਿਹਾ ਜੀ ਸਾਨੂੰ ਫੋਨ ਆਇਆ। ਅਸੀਂ ਕਿਹਾ ਉਹਦੀ ਲਾਸ਼। ਉਹਨਾਂ ਕਿਹਾ ਜੀ ਉਹਦੀ ਲਾਸ਼ ਜੀ ਫਰੋਦ ਵਾਲੇ ਪਈ ਹੈ, ਫਲਾਣੀ ਜਗ੍ਹਾ ਤੇ ਪਈ ਹੈ। ਸਾਡੇ ਮੁੰਡੇ ਜਿਹੜੇ ਨੇ ਨਿੱਕੇ ਮੇਰੇ ਭਾਈ, ਉਹ ਮੋਟਰਸਾਈਕਲਾਂ ਤੇ ਉਹਨੂੰ ਲੱਭਣ ਗਏ ਨੇ। ਜਿੱਥੇ ਜਾਂਦੇ ਨੇ ਕੋਈ ਲਾਸ਼ ਨਹੀਂ ਹੈਗੀ, ਕੋਈ ਪਤਾ ਹੀ ਨਹੀਂ ਹੈਗਾ। ਜਦੋਂ ਸ਼ਦਰੇ ਮੋੜ ਆਏ ਨੇ, ਉਦੋਂ ਸ਼ਦਰੇ ਮੋੜੋਂ ਪਤਾ ਲੱਗਾ ਵੀ 2 ਲਾਸ਼ਾਂ ਫੈਕਟਰੀ ਏਰੀਏ ਥਾਣੇ ਪਈਆਂ ਨੇ, ਤੁਸੀਂ ਉੱਥੋਂ ਜਾ ਕੇ ਪਤਾ ਕਰੋ। ਮੇਰਾ ਛੋਟਾ ਭਾਈ ਮੇਰਾ ਵਾਲਦ ਸਾਹਿਬ ਜਦੋਂ ਫੈਕਟਰੀ ਏਰੀਏ ਥਾਣੇ ਗਏ, ਉਹਨਾਂ ਅੰਦਰ ਹੀ ਨਹੀਂ ਜਾਣ ਦਿੱਤਾ। ਉਹਨਾਂ ਕਿਹਾ ਜੀ ਇੱਥੇ ਕੋਈ ਲਾਸ਼ ਨਹੀਂ ਹੈਗੀ। ਫਿਰ ਇੱਕ ਬੰਦਾ ਅੰਦਰੋਂ ਨਿਕਲਿਆ, ਉਹਨਾਂ ਕਿਹਾ ਜੀ ਲਾਸ਼ਾਂ ਇੱਥੇ ਪਈਆਂ ਨੇ 2, ਤੁਸੀਂ ਆਪਣੀ ਸ਼ਨਾਖਤ ਕਰੋ ਜੇ ਤੁਹਾਡਾ ਬੇਟਾ ਤੇ। ਉਹ ਮੇਰਾ ਛੋਟਾ ਭਾਈ ਹੈ, ਉਹ ਗਿਆ, ਉਹਨੇ ਸ਼ਨਾਖਤ ਕੀਤੀ। ਉਹਨੇ ਕਿਹਾ ਜੀ ਇਹ ਭਾਈ ਹੈ। ਅਸੀਂ ਉਹਨਾਂ ਨੂੰ ਕਿਹਾ ਜੀ ਸਾਨੂੰ ਲਾਸ਼ ਦਿਓ। ਲਾਸ਼ ਨਾ ਦੇਣ, ਮੇਰੇ ਭਾਈ ਨੂੰ ਕਹਿਣ 2000 ਦੇ, ਕਦੀ ਵਾਲਦ ਨੂੰ ਕਹਿਣ 3000 ਦੇ। ਇਹ ਪੁਲਿਸ ਕਹਿ ਰਹੀ ਹੈ। ਕਦੀ ਜੀ ਸਾਨੂੰ ਬੋਤਲਾਂ ਪਾਣੀ ਦੀਆਂ ਮੰਗਾ ਕੇ ਦਿਓ, ਕਦੀ ਜੀ ਸਾਨੂੰ ਕੁਛ ਕਰੋ, ਕਦੀ ਜੀ ਸਾਨੂੰ ਕੁਛ ਕਰੋ। ਅਖੀਰ ਜੀ ਮੇਰੇ ਵਾਲਦ ਸਾਹਿਬ ਕੋਲ ਉਹਨਾਂ ਲਿਖਵਾਇਆ ਵੀ ਤੁਸੀਂ ਰੋਡ ਨਹੀਂ ਬਲਾਕ ਕਰੋਗੇ, ਤਸਦੀਕ ਲਿਖਵਾਇਆ ਵੀ ਤੁਸੀਂ ਕੋਈ ਇਤਜਾਜ ਬਾਹਰ ਨਹੀਂ ਕਰੋਗੇ। ਦੂਸਰੇ ਦਿਨ ਬਾਅਦ ਸਾਨੂੰ ਲਾਸ਼ ਮਿਲੀ 3-4 ਵਜੇ। ਹਾਂਜੀ 3-4 ਵਜੇ ਸਾਡਾ ਭਾਈ ਕਤਲ ਹੋਇਆ। ਦੂਸਰੇ ਦਿਨ 3-4 ਵਜੇ ਸਾਨੂੰ ਲਾਸ਼ ਮਿਲੀ। 24 ਘੰਟਿਆਂ ਬਾਅਦ ਸਾਨੂੰ ਥਾਣੇ ਵਾਲੇ ਲਾਸ਼ ਦੇ ਰਹੇ ਨੇ। ਸਾਡਾ ਨਹੀਂ ਪਰਚਾ ਕੱਟਿਆ ਗਿਆ, ਨਹੀਂ ਕੋਈ FIR ਕੀਤੀ ਗਈ, ਨਹੀਂ ਮੁਦਈ ਵੀ ਪਿੰਡ ਦੇ ਜਿੱਥੇ ਕਤਲ ਹੋਏ ਨੇ ਉੱਥੇ ਉਹ ਹੀ ਬਣੇ ਨੇ। ਉਹ ਕਿਸੇ ਨੰਬਰਦਾਰ ਨੂੰ ਕਿਸੇ ਨਾਮਾਲੂਮ ਕਰਕੇ ਅਖੀਰ ਹਾਲਾਂਕਿ ਪੁਲਿਸ ਮੁਦਈ ਬੰਦੀ ਅਗਰ ਇਹੋ ਜਿਹਾ ਮਾਮਲਾ ਕੋਈ ਉਹਨਾਂ ਸਾਡੇ ਨਾਲ। ਹੁਣ ਮੇਰੀ ਵਾਲਦਾ ਸਾਹਿਬ ਮੁਦਈ ਅਸੀਂ ਬਣਾਉਣਾ ਚਾਹੁੰਦੇ ਹਾਂ, ਲੇਕਿਨ ਉਹ ਧੱਕੇ ਮਾਰ ਕੇ ਕਦੀ ਕੱਢ ਦਿੰਦੇ ਨੇ, ਕਦੀ ਉੱਧਰ ਜਾਓ। ਅਸੀਂ DPO ਸਾਹਿਬ ਕੋਲ ਵੀ ਗਏ ਹਾਂ, SP ਸਾਹਿਬ ਕੋਲ ਵੀ ਗਏ, ਦਰਖਾਸਤ ਕੀਤੀ ਹੈ, ਸਾਰਿਆਂ ਕੋਲ ਗਏ, ਵਜ਼ੀਰੇ ਆਲਾ ਕੋਲ ਵੀ ਦਰਖਾਸਤਾਂ ਗਈਆਂ ਨੇ। ਸਾਨੂੰ ਸਾਰਾ ਇਨਸਾਫ ਨਹੀਂ ਮਿਲ ਰਿਹਾ। ਲਿਹਾਜ਼ਾ ਤੁਹਾਡੀ ਮਿਹਰਬਾਨੀ ਹੈ, ਤੁਹਾਡੇ ਕੋਲ ਅਪੀਲ ਹੈ ਸਾਡੀ ਗੱਲ ਉੱਤੇ ਤਿੱਕਰ ਬਣਾਓ। ਤੁਹਾਡੀ ਮਿਹਰਬਾਨੀ
ਜੀ ਵਜ਼ੀਰੇ ਆਲਾ ਇਮਰਾਨ ਖਾਨ ਵਜ਼ੀਰੇ ਆਲਾ ਸਮਾਨ ਗੁਜ਼ਾਰ ਤੱਕ ਸਾਡੀ ਗੱਲ ਪੜਾਓ, ਸਾਨੂੰ ਇਨਸਾਫ ਲੈ ਕੇ ਦਿਓ, ਸਾਡੇ ਬੱਚੇ ਦਾ ਕੋਈ ਗੁਨਾਹ ਹੈ ਸਾਡੀ ਝੋਲੀ ਚ ਪਾ ਦੇਣ। ਅਸੀਂ ਇੱਕ ਕਦਮ ਵੀ ਨਹੀਂ ਚੱਲਾਂਗੇ ਜੇ ਸਾਡੇ ਬੱਚੇ ਦਾ ਇੱਕ ਵੀ FIR ਵੀ ਹੋਵੇ ਉਹਦੇ ਉੱਤੇ। ਅੱਛਾ ਵਜੂਹਾਤ ਸਾਰੇ ਅਸਲਮ ਜਿਹੜਾ ਹੈ ਉਹ ਪਕਵਾਨ ਸੀ ਤੇ ਸ਼ਬਾਜ਼ ਹੋਟਲ ਦੇ ਵਿੱਚ, ਲੇਕਿਨ ਉਹਦਾ ਦੂਸਰਾ ਬੰਦਾ ਜਿਹੜਾ ਉਹਦੇ ਨਾਲ ਕਤਲ ਹੋਇਆ ਉਹਦੇ ਬਾਰੇ ਚ ਕੀ ਹੈ, ਉਹਦੇ ਨਾਲ ਕੀ ਦੋਸਤੀ ਸੀ? ਉਹਦੇ ਨਾਲ ਸਰ ਭਾਈ ਕੋਲ ਵੀ ਪਤਾ ਲੱਗਾ ਸੀ, ਛੋਟੇ ਕੋਲ ਉਹ ਕਹਿੰਦਾ ਸੀ ਉਹਦੇ ਨਾਲ ਦੋਸਤ ਹੈ ਉਹਦਾ ਹੋਟਲ ਤੇ ਇੱਕ ਨਾਲ ਮੁਲਾਜ਼ਮ, ਉਹ ਕਹਿੰਦਾ ਸੀ ਜੀ ਇਹ ਬਹੁਤ ਕੜਾਈ ਅੱਛੀ ਪਕਾਉਂਦਾ ਸੀ। ਇਹਨੇ ਇੱਕ ਦਫਾ ਆਇਆ ਇਹਨੂੰ ਟਿਪ ਦਿੱਤੀ 2000 ਰੁਪਇਆ ਟਿਪ ਦਿੱਤੀ। ਅੱਛਾ। ਉਹਨੇ ਕਿਹਾ ਅਸਲਮ ਜੇ ਸਾਡਾ ਕੋਈ ਫੰਕਸ਼ਨ ਹੋਵੇ ਘਰੇ ਨਾ ਤੇ ਅਸੀਂ ਤੈਨੂੰ ਬੁਲਾਈਏ ਤੇ ਤੂੰ ਉੱਥੇ ਸਾਡਾ ਖਾਣਾ ਪਕਾ ਦੇ ਕਰੇਗਾ। ਇਸ ਵਜ੍ਹਾ ਤੋਂ ਆ ਕੇ ਸਾਰ ਉਹਨਾਂ ਦੀ ਦੋਸਤੀ ਬਣੀ ਹੈ। ਨਹੀਂ ਕੋਈ ਚੋਰੀ ਮੇਰੇ ਭਾਈ ਕਰਦਾ ਸੀ, ਨਹੀਂ ਕੋਈ ਮੇਰਾ ਭਾਈ ਡਕੈਤੀ ਕਰਦਾ ਸੀ, ਨਹੀਂ ਕੋਈ ਮੇਰੇ ਭਾਈ ਸ਼ਰਾਬ ਪੀਂਦਾ ਸੀ, ਸਾਦਾ ਸਿਗਰਟ ਤੱਕ ਨਹੀਂ ਸੀ ਪੀਂਦਾ ਮੇਰਾ ਭਾਈ। ਇਹ ਉਹਦੀ ਬੇਗਮ ਬੈਠੀ ਹੈ ਸਰ, ਉਹਦੇ ਕੋਲ ਪੁੱਛ ਲਓ 2 ਸਾਲ ਹੋ ਗਏ ਇਹਦੇ ਨਾਲ ਸ਼ਾਦੀ ਹੋਇਆ ਨੂੰ, ਸਿਗਰਟ ਤੱਕ ਨਹੀਂ ਸੀ ਪੀਂਦਾ। ਇੱਕ ਤੇ ਹੁੰਦਾ ਨਾ ਬੱਚਾ ਨਸ਼ਾ ਕਰਦਾ ਹੋਵੇ, ਕੋਈ ਮੁਲਵਸ ਹੋਵੇ ਤੇ ਸਿਰਫ ਲਾਲਚ ਸੀ, ਪਕਵਾਨ ਕਰਦਾ ਸੀ, ਜਿਹੜਾ ਜਾਂਦਾ ਸੀ ਵੀਰ ਖਾਣਾ ਖਾਣ ਉਹਨੂੰ ਖਾਣਾ ਅੱਛਾ ਪਕਾਉਂਦਾ ਸੀ ਉਹਨੂੰ ਟਿਪ ਦੇ ਜਾਂਦੇ ਸੀ। ਇਸ ਤਰ੍ਹਾਂ ਦੀ ਦੋਸਤੀ ਹੋ ਗਈ ਸਰ। ਅਸੀਂ ਉਸ ਬੰਦੇ ਦੀ ਸ਼ਕਲ ਵੀ ਉਦੋਂ ਵੇਖੀ ਜਦੋਂ ਅਸਲਮ ਦੇ ਨਾਲ ਲਾਸ਼ ਆਈ, ਅਸੀਂ ਉਦੋਂ ਦੀ ਸ਼ਕਲ ਵੇਖੀ। ਠੀਕ ਹੈ। ਉਹ ਦੂਸਰੇ ਬੰਦੇ ਦੀ ਕੋਈ ਦੁਸ਼ਮਣੀ ਸੀ? ਹਾਂ ਜੀ ਸਰ, ਉਹਦੀ ਸੁਣਿਆ ਹੈ ਜੀ ਕੋਈ ਦੁਸ਼ਮਣੀ ਸੀ, ਕੋਈ ਉਹਨੇ 4 ਕੇ 5 ਕਤਲ ਕੀਤੇ ਸਨ, ਇਸ਼ਤਿਹਾਰੀ ਸੀ। ਸਾਨੂੰ ਇਹ ਵੀ ਸਾਡੇ ਮੁੰਡੇ ਦੇ ਨਾਲ ਜਦੋਂ ਫੌਤ ਹੋਇਆ ਉਦੋਂ ਪਤਾ ਲੱਗਾ। ਜੇ ਸਾਨੂੰ ਪਹਿਲਾਂ ਪਤਾ ਹੁੰਦਾ ਅਸੀਂ ਆਪਣੇ ਭਾਈ ਨੂੰ ਡੱਕਦੇ, ਇਹਦੇ ਨਾਲ ਦੋਸਤੀ ਨਾ ਰੱਖ, ਇਹਦੇ ਨਾਲ ਸਲਾਮ ਦੁਆ ਨਾ, ਸਾਨੂੰ ਪਤਾ ਹੀ ਸਾਰ ਨਹੀਂ ਲੱਗਾ। ਸਾਨੂੰ ਪਤਾ ਉਦੋਂ ਲੱਗਾ ਜਦੋਂ ਸਾਡਾ ਝੁੱਗਾ ਹੀ ਲੁੱਟਿਆ ਗਿਆ, ਸਾਡਾ ਖਾਨਾ ਹੀ ਖਰਾਬ ਹੋ। ਮੇਰੇ ਵਾਲਦ ਸਾਹਿਬ ਤੁਸੀਂ ਅੱਗੇ ਵੇਖੇ ਨੇ, ਉਹ ਬੋਤਲਾਂ ਦਵਾਈਆਂ ਦੀਆਂ ਸ਼ੀਸ਼ੀਆਂ ਦੇ ਢੱਕਣ ਪੁੱਟਦਾ, 300 ਰੁਪਇਆ ਮਜ਼ਦੂਰੀ ਲੈਂਦਾ, 300 ਰੁਪਏ ਨਾਲ ਘਰ ਅਖਰਾਜਾਤ ਚੱਲਦੇ ਨੇ। ਉਹ ਵੀ ਬੱਚਾ ਸੀ ਕਮਾਉਣ ਵਾਲਾ। ਅਸੀਂ ਸ਼ਾਦੀशुदा, ਮੇਰੇ 5 ਬੱਚੇ ਨੇ, ਅਸੀਂ ਤਕਰੀਬਨ ਇੱਥੋਂ 30-40 ਕਿਲੋਮੀਟਰ ਦੂਰ ਹਾਂ। ਅਸੀਂ ਆਪਣੇ ਵਾਲਦ ਸਾਹਿਬ ਮੇਰੀਆਂ ਮਸ਼ੀਰਾਂ ਨੇ, ਅਸੀਂ ਉਹਨਾਂ ਦਾ ਨਹੀਂ ਸਹਾਰਾ ਬਣ ਸਕਦੇ, ਉਹ ਹੀ ਉਹਨਾਂ ਦਾ ਸਹਾਰਾ ਸਨ। ਅਸੀਂ ਆਪਣੇ ਬੱਚੇ ਪਾਲਨੇ ਆ, 5-6 ਬੱਚੇ, ਏਡੀ ਮਹਿੰਗਾਈ ਹੈ ਸਰ। ਸਾਨੂੰ ਇਨਸਾਫ ਨਹੀਂ ਮਿਲ ਰਿਹਾ ਸਰ, ਕਿਸੇ ਕੋਲੋਂ ਵੀ ਇਨਸਾਫ ਨਹੀਂ ਮਿਲ ਰਿਹਾ। ਜਿਹੜਾ ਅਮਲੇ ਕੋਲ ਜਾਂਦੇ ਆ ਉਹ ਤਬਦੀਲ ਹੋ ਜਾਂਦਾ। 3 ਦਫਾ ਹੁਣ ਅਮਲਾ ਫੈਕਟਰੀ ਏਰੀਆ ਥਾਣੇ ਦਾ ਤਬਦੀਲ ਹੋ ਗਿਆ। ਜਿਹੜੇ ਉਹ ਪੈਸੇ ਉਧਰੋਂ ਖਾ ਲੈਂਦੇ ਨੇ ਤਬਦੀਲ ਹੋ ਜਾਂਦੇ ਨੇ, ਹੁਣ ਫਿਰ ਅਮਲਾ ਤਬਦੀਲ ਹੋ ਗਿਆ। ਹਾਲੇ ਤੱਕ ਸਾਡੀ ਸੁਣਵਾਈ ਨਹੀਂ ਹੋ ਰਹੀ ਸਰ। ਇੰਨਾ ਜ਼ੁਲਮ, ਇੰਨਾ ਸਾਡੇ ਮਾਸ਼ਰੇ ਦੇ ਵਿੱਚ ਜ਼ੁਲਮ ਹੋ ਰਿਹਾ। नाज़रीन, किस तरह से पुलिस का रवैया है और किस तरह से इस असलम के कत्ल के बाद पुलिस जो है इनके लवाहिकीन के साथ सलूक जारी रखे हुए, ये तो आप सुन रहे हैं। हमारे साथ मौजूद है मकतूल की बेवा, जिसकी 2 साल कबल ही असलम के साथ शादी हुई थी। उन्हीं से जानते, बड़ा अफसोसनाक वाक़या बाजी। बताया था कभी उन्होंने कि उनकी कोई दोस्ती है, ये जो उसके साथ कत्ल हुआ है, आप तो उनकी वाइफ है, बीवी? नहीं, कभी नहीं बताया था। क्या आपको भी ऐसे इतलात मिली हैं? हाँ, कब गए थे? कोई बात हुई उनसे? फोन पे बात हुई कोई? नहीं, फोन पे बात हुई थी। 10 बजे गए थे और राब्ता करते रहे थे, राब्ता नहीं हुआ था। राब्ता नहीं हुआ? नहीं, रात को भी सारी रात राब्ता करते रहे थे, राब्ता नहीं हुआ था। सुबह 4 बजे पता लगा था। पहले जब उससे पहले कभी बात फोन पे किसी के साथ, वो एहसान के साथ बताता है घर वालों को कि दोस्ती है? नहीं, बताते नहीं थे। साल पहले हमारी शादी हुई थी और बहुत अच्छे से हमारे हस्बैंड। कोई लड़ाई झगड़ा कोई? नहीं, कभी कोई झगड़ा नहीं हुआ। ठीक थे आप, बिल्कुल हंसी खुशी? हाँ, हम बहुत अच्छे हैं। तो अचानक से क्या हो गया? अचानक से 10 बजे गए थे और वापसी आए नहीं। क्या मुतालबा है आपका हुकूमत से, हुक्मरानों से? चाहिए, बेकसूर है वो। ਅਸੀਂ ਕੀ ਕਹਿਣਾ ਸਰ, ਅਸੀਂ ਸਿਰ ਇਨਸਾਫ, ਸਾਨੂੰ ਤਾਂ ਸਾਰਾ ਇਨਸਾਫ ਚਾਹੀਦਾ। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ, ਸਾਡੇ ਬਸ ਬੱਚੇ ਦਾ ਇਨਸਾਫ ਸਾਨੂੰ ਚਾਹੀਦਾ। ਸਾਨੂੰ ਹਕੂਮਤ ਕੋਲ ਇਨਸਾਫ ਚਾਹੀਦਾ।
ਸਾਨੂੰ ਕਿਸੇ ਦਾ ਮੁਤਾਲਬਾ ਨਹੀਂ ਹੈਗਾ। ਸਾਨੂੰ ਹੁਣ ਅੱਗੇ ਵੀ ਖਤਰਾ ਨਾ ਪਊ, ਅੱਗੇ ਵੀ ਸਾਨੂੰ ਖਤਰਾ ਸਾ, ਅੱਗੇ ਸਾਡਾ ਉਹਨਾਂ ਬੇਗੁਨਾਹ ਮਾਰ ਦਿੱਤਾ, ਹੁਣ ਸਾਨੂੰ ਧਮਕੀਆਂ ਲਾਉਂਦੇ ਨੇ। ਕਿਸ ਵਜ੍ਹਾ ਤੋਂ ਲਾਉਂਦੇ ਨੇ ਸਰ ਧਮਕੀਆਂ? ਸਾਡਾ ਇੱਕ ਭਰਾ ਅੱਗੇ ਖਾ ਲਿਆ ਇਹਨੇ, ਕੀ ਗੁਨਾਹ ਸਾਡਾ, ਕੀ ਸਾਡੇ ਜ਼ੁਲਮ ਹੈ, ਅਸੀਂ ਕੀਤਾ ਉਹਨਾਂ ਨਾਲ ਜ਼ੁਲਮ, ਉਹਨਾਂ ਸਾਡੇ ਨਾਲ ਕਰ ਦਿੱਤਾ। ਉਲਟਾ ਕਹਿੰਦੇ ਨੇ ਸੁਲ੍ਹਾ ਕਰੋ, ਧਮਕੀਆਂ ਲਾਉਂਦੇ ਨੇ। ਅਸੀਂ ਸਰ ਗੁਜ਼ਾਰਿਸ਼ ਹੈ ਸਾਨੂੰ ਇਨਸਾਫ ਲੈ ਕੇ ਦਿਓ, ਤੁਹਾਡੀ ਮਿਹਰਬਾਨੀ ਹੈ, ਤੁਹਾਡੇ ਤਿੱਕਰ ਅਸੀਂ आए हैं, ਸਾਨੂੰ इंसाफ ਲੈ ਕੇ ਦਿਓ। ये वो तब्दीली के दौरे हुकूमत है जहां पर गरीबों के साथ इस तरह से जुल्म किया जाता है, ख़ास तौर पर थानों में जिस तरह से सूरत हाल है। और ये अहम तरीन केस है, कोई भी कत्ल का मुकदमा, उसमें कितने बेबस दिखाई दे रहे हैं। असलम के लवाहिकीन जिसे 2 माह कबल कत्ल कर दिया गया और उसे किस चीज़ की सज़ा दी गई है ये उनके अहले खाना को भी मालूम नहीं कि असलम का क्या कसूर था। साथ जो उसके शख्स था वो तो कत्लों में मुलव्विस था, बाद में मालूम हुआ उसे कत्ल करने की वजूहात दुश्मनी भी हो सकती हैं, लेकिन असलम की किसी के साथ कोई दुश्मनी थी, ना ही उसका कोई क्रिमिनल रिकॉर्ड है। लेकिन उसका कसूर ये ज़रूर था कि वो एक गरीब घराने में पैदा हुआ, गरीब था, अपने घर वालों की परवरिश कर रहा था, अपनी बीवी की, अपने वालिदैन की, और साथ जो घर में रिहाइश पजीर हैं बहन भाइयों की, और उनके लिए वो कमाने के लिए, मजदूरी करने के लिए घर से जाता था। बस इतना कसूर था कि वो अमीर नहीं हो सका और वो गरीब ही कत्ल हो गया। अब उसके घर वाले जो हैं वो इंसाफ के लिए भीख मांग रहे हैं हुकूमत पाकिस्तान से, हुकूमत पंजाब से। लेकिन जिस तरह का रवैया है और जिस तरह की पुलिस सुस्त रवि का शिकार दिखाई दे रही है, मुश्किल ही लगता है कि इन्हें इंसाफ मिले। लेकिन हम कोशिश करेंगे और ऐवानों में बैठे हुए हुक्मरानों को ये याद दिलाएंगे कि ये अवाम किसी और जगह की अवाम नहीं, ये उन्हीं की अवाम है जिनके लिए वो दावे करते हैं, जिनसे वो वोट लेते हैं, जिनकी ताकत की वजह से वो इक़्तिदार में आते हैं, ये वही लोग हैं। उन्हीं के साथ इतना बड़ा जुल्म हुआ है, तो इनको इंसाफ कौन दिलाएगा? किस तरह से इस मुआशरे में मकतूल के लवाहिकीन के साथ सलूक किया जाता है, और हमारी पंजाब पुलिस जिसे बार बार तब्दील करने के दावे किए जाते हैं, क्या वो अपना काम ठीक से कर रही है? असलम के बुजुर्ग वालिदैन की जुबानी ही जानते हैं कि उनके बेटे की कत्ल की इस वारदात के बाद पुलिस ने उनके साथ किस तरह का सलूक किया, और अब पुलिस इस अहम तरीन केस में क्या कारकर्दगी दिखा रही है। बड़ा अफसोस होया क्यों ਤੁਹਾਡੇ ਪੁੱਤਰ ਨੂੰ ਕਤਲ ਕਰ ਦਿੱਤਾ ਗਿਆ? ਸਾਨੂੰ ਨਹੀਂ ਜੀ ਪਤਾ, ਸਾਨੂੰ ਤਾਂ ਇਨਸਾਫ ਚਾਹੀਦਾ ਹੈ, ਸਾਨੂੰ ਇਨਸਾਫ ਚਾਹੀਦਾ ਹੈ, ਸਾਨੂੰ ਨਹੀਂ ਜੀ ਪਤਾ, ਸਾਨੂੰ ਇਨਸਾਫ ਚਾਹੀਦਾ ਹੈ। ਸਾਡੇ ਨਾਲ ਬਹੁਤ ਵੱਡੀ ਜ਼ਿਆਦਤੀ ਹੋਈ ਹੈ ਤੇ ਬਹੁਤ ਵੱਡਾ ਜ਼ੁਲਮ ਹੋਇਆ ਤੇ ਸਾਨੂੰ ਇਨਸਾਫ ਚਾਹੀਦਾ। ਸਾਡੇ ਨਾਲ ਇਨਸਾਫ ਕੀਤਾ ਜਾਏ। ਸਾਨੂੰ 2 ਮਾਹ ਹੋ ਗਏ ਨੇ ਸਾਡੇ ਨਾਲ ਇਨਸਾਫ ਦੀ ਗੱਲ ਕੋਈ ਨਹੀਂ ਕਰ ਰਿਹਾ। ਜਿੱਥੇ ਵੀ ਜਾਂਦੇ ਆ ਧੱਕੇ ਹੀ ਮਿਲਦੇ ਨੇ, ਸਾਡੀ ਗੱਲ ਹੀ ਕੋਈ ਨਹੀਂ ਸੁਣਦਾ। ਸਾਨੂੰ ਇਹ ਆਂਦੇ ਨੇ ਤੁਹਾਨੂੰ ਸਾਡੀ ਗੱਲ ਹੀ ਕੋਈ ਨਹੀਂ ਸੁਣਦਾ। ਜੇ ਥਾਣੇ ਜਾਂਦੇ ਆ ਥਾਣੇ ਵਾਲੇ ਜੇ ਜੱਜ ਕੋਲ ਜਾਂਦੇ ਆ, ਜੱਜ ਜੇ DPO ਦੇ ਪੇਸ਼ ਹੋਇਆ ਤੇ DPO ਵੀ ਨਹੀਂ ਸਾਡੀ ਗੱਲ ਸੁਣੀ। 2 ਮਹੀਨੇ ਹੋ ਗਏ ਨੇ ਸਾਨੂੰ ਦਲੀਲ ਹੁੰਦਿਆਂ, ਖੱਜਲ ਖਰਾਬ ਹੁੰਦਿਆਂ, ਕੋਈ ਸਾਡੀ ਗੱਲ ਨਹੀਂ ਸੁਣਦਾ। ਸਾਨੂੰ ਨਹੀਂ ਇਨਸਾਫ ਮਿਲਦਾ ਪਿਆ। ਸਾਨੂੰ ਕੋਈ ਪਰੇਸ਼ਾਨੀ ਸਾਨੂੰ ਦਿੱਤੀ ਆਉਂਦੇ ਨੇ। ਸਾਨੂੰ ਕੋਈ ਪਰੇਸ਼ਾਨੀ ਨਾ, ਸਾਨੂੰ ਅਸਲ ਕਾਤਲ ਫੜਦੇ ਨੇ ਸਾਡੇ, ਨਾ ਸਾਡੇ ਮੁਜਰਮ ਫੜ ਰਹੇ ਨੇ, ਨਾ ਸਾਨੂੰ ਪਰੇਸ਼ਾਨੀ ਤੇ ਪਰੇਸ਼ਾਨੀ ਆ ਰਹੀ ਹੈ। ਸਾਡੇ ਵਾਸਤੇ ਮੁਸੀਬਤ ਤੇ ਮੁਸੀਬਤ ਹੀ ਖੜੀ ਹੋ ਰਹੀ ਹੈ। ਅਸਲਮ ਕੀ ਕਰਦਾ? ਅਸਲਮ ਨੇ ਖਾਣਾ ਪਕਾਉਂਦਾ ਸੀ, ਬੋਰਚੀ ਦਾ ਕੰਮ ਕਰਦਾ ਸੀ ਸਬਾਜ ਹੋਟਲ ਤੇ। ਕਿੰਨੇ ਅਰਸੇ ਤੋਂ ਕਰ ਰਹੇ ਸੀ? ਉੱਥੇ 7 ਸਾਲ ਤੋਂ ਨਹੀਂ ਕੰਮ ਕਰ ਰਿਹਾ, 7 ਸਾਲ ਤੋਂ ਉੱਥੇ ਲੱਗਾ ਹੈ, ਕੰਮ ਕਰ ਰਿਹਾ ਉੱਥੇ। ਸ਼ਾਦੀशुदा ਸੀ ਜੀ। ਰਾਤ 12-1 ਵਜੇ ਪਕਵਾਈ ਕਰਕੇ ਘਰ ਆ ਜਾਂਦਾ ਸੀ। ਅਸੀਂ ਸਵੇਰ 8 ਵਜੇ ਕੰਮ ਕਾਰ ਤੇ ਜਾਂਦੇ ਸਾਂ, ਉਹ 10-11 ਵਜੇ ਕੰਮ ਤੇ ਜਾਂਦਾ ਸੀ, 12-1 ਵਜੇ ਨੂੰ ਵਾਪਸੀ ਘਰ ਆ ਜਾਂਦਾ ਸੀ। ਕਦੀ ਕੋਈ ਪੁਲਿਸ ਫੜਨ ਆਈ? ਨਾ ਜੀ, ਕੋਈ ਪੁਲਿਸ ਨਹੀਂ, ਨਾ ਮੁਕੱਦਮਾ ਉਹਦੇ ਤੇ, ਨਾ ਕੋਈ ਗੱਲ ਨਹੀਂ, ਕੋਈ ਪਰੇਸ਼ਾਨੀ ਨਹੀਂ। ਕਿਸੇ ਮਰਜ਼ੀ ਸਾਨੂੰ ਉਹਨੇ ਮਤਬਲੇ ਦਿੱਤੀ, ਨਾ ਅੱਜ ਤਾਈਂ ਉਹਦੇ ਮਗਰ ਕੋਈ ਪੁਲਿਸ ਆਈ ਹੈ, ਨਾ ਕਿਸੇ ਸਾਨੂੰ ਉਹਦਾ ਕੋਈ ਯਾਰ ਬੇਲੀ ਆਇਆ, ਨਾ ਕੋਈ ਘਰ ਦੇ ਵਿੱਚ ਪਰੇਸ਼ਾਨੀ ਉਹਨੇ ਸਾਨੂੰ ਦਿੱਤੀ ਹੈ। ਅਸੀਂ ਬਾਹਰੋਂ ਕੰਮ ਤੋਂ ਆਏ, ਸ਼ਾਮੀ ਤੋਂ ਉਹਨੂੰ ਪੁੱਛਿਆ ਬੇਗਮ ਉਹਦੀ ਨੂੰ ਕਿ ਉਹਨੇ ਕਿਹਾ ਵੀ ਰਾਤੀ ਉਹ ਘਰ ਨਹੀਂ, 12-1 ਦਾ ਟਾਈਮ ਹੋ ਗਿਆ। ਤਾਂ ਉਹਨੇ ਕਿਹਾ ਵੀ ਸਵੇਰ ਦਾ ਗਿਆ ਤੇ ਅਜੇ ਤੱਕ ਅੱਬੂ ਆਇਆ ਨਹੀਂ।
ਅਸੀਂ ਫਿਰ ਉੱਠੇ ਆ, ਸੁਬਾਹ ਪਤਾ ਕੀਤਾ, ਸੁਬਾਹ ਸਾਨੂੰ ਉਠਾ ਲਿਓ, ਫੋਨ ਆਇਆ 10-11 ਵਜੇ ਸੁਭਾਸ਼ ਹੋਟਲ ਤੇ। ਉੱਥੇ ਉਹਨਾਂ ਆਖਿਆ ਜੀ ਫਲਾਣੀ ਥਾਂ ਤੇ ਤੁਹਾਡੇ ਬੇਟੇ ਦੀ ਲਾਸ਼ ਪਈ ਹੈ। ਅਸੀਂ ਪਰੇਸ਼ਾਨ ਹੋ ਕੇ ਕਦੀ ਸਾਨੂੰ ਪਹੁੰਚਾਉਂਦੇ ਨੇ ਉਹ ਥਾਣੇ 'ਚ, ਕਦੀ ਇਹ ਥਾਣੇ 'ਚ, ਕਦੀ ਆਉਂਦੇ ਨੇ ਜੀ ਫਿਰੋਜ਼ ਵਾਲੇ, ਕਦੀ ਆਉਂਦੇ ਨੇ ਜੀ ਕਿਰੇ, ਕਦੀ ਕਿਰੇ। ਅਸੀਂ ਦਲੀਲ ਹੁੰਦੇ ਫਿਰੇ ਹਾਂ। ਸਾਨੂੰ ਅਖੀਰੀ ਪੋਸਟਮਾਰਟਮ ਕਰਾ ਕੇ ਉਹਨਾਂ ਆਪਣੇ ਕੋਲੋਂ ਸਭ ਕੁਝ ਕਰਾ ਕੇ ਤੇ ਲਿਆ ਕੇ ਤੇ ਅਖੀਰੀ ਸਾਨੂੰ ਉਹਨਾਂ ਫੈਕਟਰੀ ਏਰੀਆ ਥਾਣੇ 2 ਲਾਸ਼ਾਂ ਲੱਭੀਆਂ ਨੇ। ਸਾਨੂੰ ਆਪਣੇ ਬੇਟੇ ਦੀ ਲਾਸ਼ ਵੀ ਨਹੀਂ ਉਹਨਾਂ ਵੇਖਣ ਦਿੱਤੀ। 2000 ਰੁਪਇਆ ਉਹਨਾਂ ਲਿਆਉਣਾ ਕਿ ਮੁਲਾਜ਼ਾ ਵੀ ਕਰਾਇਆ, ਉਹ ਵੀ ਸਾਨੂੰ ਪਾਣੀ ਦੀਆਂ ਬੋਤਲਾਂ ਦਿੱਕਰ ਵੀ ਉਹਨਾਂ ਕਿਹਾ ਵੀ ਸਾਨੂੰ ਪੈਸੇ ਦੇ ਦਿਓ, ਅਸੀਂ ਉਹ ਵੀ ਦਿੱਤੇ ਨੇ। 2000 रुपया भी ले लिया? ਹਾਂ 2000 ਰੁਪਇਆ ਵੀ ਲੈ ਲਿਆ ਸਾਡੇ ਕੋਲੋਂ। ਸਾਨੂੰ ਪੁਲਿਸ ਵਾਲਿਆਂ ਨੇ ਕੋਈ ਪਰੇਸ਼ਾਨੀ ਤੇ ਪਰੇਸ਼ਾਨੀ ਦਿੱਤੀ ਹੈ। ਪਰ ਸਾਡੀ ਲਾਸ਼ ਦੇ ਵਿੱਚ ਐਡੇ ਐਡੇ ਲੰਮੇ ਕੀੜੇ ਚੱਲ ਗਏ ਨੇ, ਧੁੱਪ ਤੇ ਪਈ ਰਹੀ ਹੈ ਬਰਫ਼ ਤੇ ਉਹਨਾਂ ਨੇ ਲਾਈ ਨਿਸ਼ਾਨ ਧੁੱਪੇ ਲਾਸ਼ਾਂ ਪਈਆਂ ਰਹੀਆਂ ਨੇ। ਪਰੇਸ਼ਾਨੀ ਤੇ ਪਰੇਸ਼ਾਨੀ ਉਹਨਾਂ ਸਾਨੂੰ ਦਿੱਤੀ। ਤੇ ਨਾਲ ਕਤਲ ਹੋਣ ਵਾਲਾ ਤੁਹਾਡੇ ਬੇਟੇ ਦਾ ਦੋਸਤ ਸੀ? ਸਾਨੂੰ ਨਹੀਂ ਜੀ ਪਤਾ ਦੋਸਤ ਹੈ ਕਿ ਦੁਸ਼ਮਣ ਹੈ, ਸਾਨੂੰ ਕੋਈ ਪਤਾ ਨਹੀਂ। ਸਾਨੂੰ ਤਾਂ ਇਨਸਾਫ ਚਾਹੀਦਾ। ਅਸੀਂ ਤੁਹਾਨੂੰ ਜਾਣਦੇ ਨਹੀਂ, ਉਹਦੀ ਸ਼ਕਲ ਹੀ ਨਹੀਂ ਵੇਖੀ ਅੱਜ ਦੇ ਦਿਨ ਤੱਕ ਵੀ ਕੌਣ ਹੈ ਤੇ ਕੌਣ ਨਹੀਂ। ਬਾਅਦ ਚੋਂ ਕੀ ਪਤਾ ਲੱਗਿਆ ਉਹਦੇ ਬਾਰੇ? ਬਾਅਦ ਚ ਉਹਦਾ ਪਤਾ ਲੱਗਾ ਜੀ ਉਹ 5 ਕੇਸ ਕਤਲਾਂ ਦੇ ਵਿੱਚ ਮੁਲੱਬਸ ਹੈ। ਆਸਾਨ ਉਹਦਾ ਨਾਂ ਹੈ, ਆਸਾਨ ਵਰਗਾ ਸਾਡੀ। ਸਾਨੂੰ ਇੰਨਾ ਪਤਾ ਲੱਗਾ ਸਾਡੇ ਬੱਚੇ ਦਾ ਅੱਜ ਤਾਈਂ ਕੋਈ ਮੁਕੱਦਮਾ, ਕੋਈ ਪਰੇਸ਼ਾਨੀ, ਕੋਈ ਦੱਸਣ ਦਾ ਸਾਨੂੰ। ਫਿਰ ਹੋਟਲ ਵਾਲਿਆਂ ਕੋ ਪੁੱਛਿਆ ਤੁਸੀਂ ਕਿ ਇਹਦਾ ਕੀ ਲਿੰਕ ਸੀ ਅਸਲਮ ਆ ਪੁੱਛਿਆ ਤਾਂ ਉਹਨਾਂ ਕਿ ਕਦੀ ਕਦੀ ਇੱਥੇ ਆ ਜਾਂਦਾ ਸੀ, ਖਾਣਾ ਖਾਣ ਆਉਂਦਾ ਸੀ। ਸਾਨੂੰ ਇੰਨੀ ਗੱਲ ਉਹਨਾਂ ਦੱਸੀ। ਉਹਨਾਂ ਇਹ ਨਹੀਂ ਆਖਿਆ ਵੀ ਇਹਦਾ ਦੋਸਤ ਸੀ, ਇਹਦਾ ਯਾਰ ਸੀ ਜਾਂ ਮਤਲਬ ਕੋਈ ਸੀ। ਸਾਡੇ ਕੋਲ ਤਾਂ ਇੰਨੀ ਗੱਲ ਨਹੀਂ। ਡੀਪੀਓ ਕੋ ਗਏ? ਡੀਪੀਓ ਕੋਲ ਗਏ, 6 ਵਾਰੀ ਉਹਦੇ ਪੇਸ਼ ਹੋਇਆ, ਕੋਈ ਇਨਸਾਫ ਨਹੀਂ ਮਿਲਿਆ। ਫਿਰ ਸਾਨੂੰ ਡੀਐਸਪੀ ਕੋਲ ਭੇਜਿਆ। ਕੀ ਕਹਿੰਦੇ ਆ? ਕੀ ਕਹਿੰਦਾ ਡੀਪੀਓ? ਡੀਪੀਓ ਕਹਿੰਦਾ ਅੱਛਾ ਜੀ ਕਰਨੇ ਆ, ਅੱਛਾ ਜੀ ਕਰਨੇ ਆ। ਤੁਹਾਡਾ ਬੇਟਾ ਵੀ ਜਿਹੜਾ ਉਹਦੇ ਨਾਲ ਮੁਲੱਬਸ ਹੈ, ਕਦੀ ਕੋਈ ਗੱਲ ਕਰਦੇ ਸਨ, ਕਦੀ ਕੋਈ ਕਰਦੇ ਸਨ। ਨਹੀਂ ਮੁਲੱਬਸ ਹੈ ਤੇ ਕਤਲ ਤੇ ਪੁਲਿਸ ਮੁਕਾਬਲੇ ਚ ਥੋੜੀ ਤੁਹਾਡਾ ਬੇਟਾ ਮਾਰਿਆ ਗਿਆ, ਕਿਸੇ ਨੇ ਮਾਰਿਆ ਨਾ? ਨਹੀਂ ਜੀ ਇਹਨਾਂ ਨੇ ਮਾਰਿਆ। ਹਾਂਜੀ ਜਿੰਨਾ ਸਾਨੂੰ ਨੂੰ ਮਾਰਿਆ ਉਹਨੇ ਮਾਰਿਆ। ਪੁਲਿਸ ਨਾਲ ਸਾਨੂੰ ਹੁਣ ਕੀ ਪਤਾ ਵੀ ਕਿੰਨੇ ਮਾਰਿਆ ਸਰ ਜੀ ਤੇ ਕਿੰਨੇ ਨਹੀਂ ਮਾਰਿਆ। ਕੀ ਕਰਦੇ ਹੋ ਤੁਸੀਂ? ਹਾਂਜੀ ਅਸੀਂ ਦਿਹਾੜੀ ਮਜ਼ਦੂਰੀ ਕਰਨੇ ਆ ਜੀ, ਮਿਹਨਤ ਮਜ਼ਦੂਰੀ ਕਰਨੇ ਆ। ਕਿੰਨੇ ਬੱਚੇ ਤੁਹਾਡੇ? ਮੇਰੇ ਬੱਚੇ ਜੀ 8 ਨੇ। ਤੇ ਕਿੰਨਵੇਂ ਨੰਬਰ ਤੇ ਸੀ? ਇਹ ਜੀ ਜਿਹੜੀ ਦੁਬਾਰਾ ਮੈਂ ਪਹਿਲੀ ਬੀਵੀ ਚ ਮੇਰੇ 3 ਬੱਚੇ ਨੇ। ਦੂਸਰੀ ਬੀਵੀ ਮੈਂ ਕੀਤੀ ਉਹਦੇ ਚ 4 ਬੱਚੀਆਂ ਨੇ ਤੇ 4 ਬੱਚੇ, 5 ਬੱਚੇ ਨੇ। ਇਹ ਪਹਿਲੇ ਨੰਬਰ ਤੇ ਸੀ ਬੱਚਾ ਮੇਰਾ। ਵੱਡਾ ਸੀ? ਹਾਂ ਜੀ ਸਭ ਤੋਂ ਵੱਡਾ ਜੀ। ਮੇਰਾ ਆ ਜਾ ਕੇ ਆਸਰਾ ਹੀ ਇਹ ਸੀ। ਇਹਦੇ ਤੇ ਮੇਰਾ ਮੁਸਬਿਲ ਲੈਣ ਦੇਣ ਸੀ, ਸਾਰਾ ਕੁਝ ਇਹਦੇ ਤੇ ਸੀ। और मेरा मुतबिल कोई नहीं, सारे ही कोई नहीं। बाकी छोटे छोटे मेरे बच्चे ने। मैं तो बेसहारा हो गया अंदर दा। आप मैं कारोबार करना बीमारी हालत दे मैनू आप बीमार है, मेरा बड़ा बुरा हाल है। मैं मुतबिल परेशान हूं। मैं आप काम करना, काम करके तो जाके तो उधर मुकदमे ने भजी जा, उधर काम ने भजी जा। परेशान है मैं। हमारे साथ वालदा भी मौजूद है, उनसे भी जानते। माँ जी ਕੀ ਸਮਝਦੇ ਹੋ ਕੀ ਹੋਇਆ ਹੈ ਔਰ ਉਸ ਤੋਂ ਬਾਅਦ ਪੁਲਿਸ ਕੀ ਕਰ ਰਹੀ ਹੈ? ਤਾਂ ਕਹਿੰਦੇ ਅਸੀਂ ਬੜਾ ਇਨਸਾਫ ਲੋਕਾਂ ਨੂੰ ਦੇ ਰਹੇ, ਗਰੀਬਾਂ ਨੂੰ ਖਾਸ ਤੌਰ ਤੇ ਮਦਦ ਕਰਨੇ। ਕੋਈ ਕੁਛ ਨਹੀਂ ਕਰ ਰਹੇ, ਬਸ ਜਾਣੇ ਨੇ ਨਾ ਪੈਸੇ ਲੈ ਕੇ ਬੰਦਾ ਮਾਰ ਦਿੰਦੇ ਨੇ ਉਹ ਤੇ ਪੁਲਿਸ ਪੈਸਾ ਖਾ ਕੇ ਬਹਿ ਜਾਂਦੀ ਹੈ। ਕੋਈ ਕੁਛ ਨਹੀਂ ਕਰ ਰਿਹਾ, ਕੋਈ ਇਨਸਾਫ ਨਹੀਂ ਕਰ ਰਿਹਾ। ਧੱਕੇ ਮਾਰਦੇ ਨੇ, ਜਾਂਦੇ ਧੱਕੇ ਮਾਰਦੇ ਨੇ। ਉਦੋਂ ਤਫਸੀਲ ਕੋਲ ਗਈ, ਉਹਨੇ ਆਖਿਆ ਤੂੰ ਆਪਣੀ ਨਾ ਤਫਸੀਲ ਚੁੱਕ ਲੈ ਬੀਬੀ, ਜਿੱਥੇ ਮਰਜ਼ੀ ਲੈ ਜਾ। ਫਿਰ ਰੋਂਦੀ ਧੋਂਦੀ ਘਰ ਆ ਗਈਆਂ। ਅੱਛਾ ਮਾਂ ਜੀ, ਮੁਕੱਦਮੇ ਦੇ ਮੁਦਈ ਤੁਸੀਂ ਬਣੇ ਹੋ ਫਿਰ? ਜੀ। ਪਹਿਲੇ ਕੋਈ ਹੋਰ ਰਹਿੰਦਾ ਮੁਕੱਦਮੇ ਦਾ ਮੁਦਈ ਸੀ? ਜੀ। ਫਿਰ ਕਿੰਜ ਬਣੇ ਹੋ? ਦਰਖਾਸਤ ਦਿੱਤੀ? ਹਾਂਜੀ। ਕਿਹਨਾਂ ਨੂੰ ਨਾਮਜ਼ਦ ਕੀਤਾ? ਇਰਫਾਨ ਭੱਟੀ ਹੈ, ਕੰਬਰ ਹੈਗਾ, 2 ਦੇ ਮੁੰਡੇ ਨੇ, ਇੱਕ ਤਾਲਬ ਓਡ ਹੈ। ਇਹ 9 ਬੰਦੇ ਨੇ ਜਿਨ੍ਹਾਂ ਇਹ ਕੰਮ ਕੀਤਾ ਹੈ। ਕਿਉਂ ਮਾਰਿਆ ਤੁਹਾਡੇ ਬੱਚੇ ਨੂੰ? ਬਸ ਪਤਾ ਨਹੀਂ ਕਿਉਂ ਮਾਰਿਆ ਇਹਨੇ, ਕੋਈ ਵਜ੍ਹਾ ਦੱਸਣਗੇ ਤਾਂ ਫੇਰ ਹੀ ਹੈ ਨਾ ਕਿਉਂ ਮਾਰਿਆ ਇਹਨੇ। ਮੈਨੂੰ ਇਨਸਾਫ ਮਿਲੇਗਾ ਤਾਂ ਪਤਾ ਲੱਗੇਗਾ ਨਾ। ਕੋਈ ਮੁਲਜ਼ਮਾਨ ਵੱਲੋਂ ਤੁਹਾਨੂੰ ਕੋਈ ਪ੍ਰੈਸ਼ਰ, ਕੋਈ ਪ੍ਰੈਸ਼ਰ ਆ ਰਹੇ ਨੇ, ਤੋੜ ਮੇਰੇ ਘਰ ਤੱਕ ਆ ਰਹੇ ਨੇ। ਮੈਂ ਜਾ ਕੇ ਰੋਈਆਂ ਉਹਦੇ ਅੱਗੇ, ਉਹਨੂੰ ਮੈਂ ਕਿਹਾ ਵੀ ਦੁਸ਼ਮਣ ਮੇਰੇ ਘਰ ਤੱਕ ਆ ਗਏ ਨੇ ਤੇ ਤੁਸੀਂ ਕੀ ਕਰ ਰਹੇ ਹੋ? ਬੀਬੀ ਅਸੀਂ ਇਹ ਬਸ ਇਨਕੁਆਰੀ ਕਰਨੇ ਪਿਆ, ਹਜੇ ਤਫਸੀਲ ਕਰਨੇ ਪਿਆ। ਉਹਨਾਂ ਦੇ ਥਾਣੇ 'ਚ ਇਕੱਠ ਅੱਜ ਮੈਨੂੰ ਬੁਲਾਇਆ ਵੀ ਨਹੀਂ ਗਿਆ।
ਪੁੱਛਿਆ ਵੀ ਨਹੀਂ ਗਿਆ ਵੀ ਬੀਬੀ ਉਹਨਾਂ ਆ ਜਾਣਾ ਇਕੱਠ ਤੇ ਤੂੰ ਵੀ ਆਣਾ ਸ਼ਾਮਲ ਹੋਣਾ। ਇਹ ਗੱਲ ਨਹੀਂ ਹੋਈ। 4 ਦਫਾ ਥਾਣੇ ਚ ਆਏ ਨੇ, ਉਹਨਾਂ 4 ਤਰੀਕਾਂ ਭੁਗਤੀਆਂ ਨੇ, ਮੈਨੂੰ ਬਿਲਕੁਲ ਖਬਰ ਹੀ ਨਹੀਂ ਆਇਆ। ਇਹ ਤਫਸੀਸੀ ਖੁਦ ਉੱਥੇ ਪਿੰਡ ਜਾ ਕੇ ਇਕੱਠ ਕਰਦਾ ਫਿਰਦਾ ਹੈ, ਮੈਨੂੰ ਖਬਰ ਨਹੀਂ ਆਇਆ। ਇਹ ਕਿਉਂ ਵਜ੍ਹਾ ਇਹਦੀ? ਉਹਨੇ ਮੈਨੂੰ ਇਹ ਕਿਹਾ ਵੀ ਮਾਂ ਜੀ ਤੇਰੇ ਬੰਦੇ ਜਿਹੜੇ ਤੂੰ ਦਿੱਤੇ ਨੇ ਨਾ ਇਹ ਬਿਲਕੁਲ ਸਹੀ ਨਾਂ ਨੇ, ਇਹ ਤੇਰੇ ਮੁਜਰਮ ਨੇ, ਇਹਨਾਂ ਨੂੰ ਮੈਂ ਹਵਾਲਾਤ 'ਚ ਕਰਾਂਗਾ, ਇਹਨਾਂ ਨੂੰ ਮੈਂ ਫੜਾਂਗਾ, ਪੂਰੀ ਤਫਸੀਸ ਕਰਾਂਗਾ, ਤੇਰਾ ਕੇਸ ਵੀ ਲੜਾਂਗਾ, ਤੂੰ ਮੇਰੀ ਭੈਣ ਹੈਗੀ ਹੈ, ਮੈਂ ਕੋਈ ਗੱਲ ਨਹੀਂ ਕਰਾਂਗਾ। ਨਾ ਕੋਈ ਕੇਸ ਲੜਿਆ ਨੇ, ਨਾ ਕੋਈ ਅਸੈਂਬਲੀ ਕੱਲੀ ਨੇ, ਕੋਈ ਚੀਜ਼ ਨਹੀਂ। ਉਹਨਾਂ ਨਾਲ ਮਿਲ ਜਾਂਦੇ ਨੇ, ਉਹਨਾਂ ਕੋਲ ਰੁਪਈਏ ਲੈ ਲੈਂਦੇ, ਸਾਫ ਹੀ ਕੋਈ ਸਾਨੂੰ ਦੇ ਰਿਹਾ, ਉਹਨਾਂ ਕੋਲ ਰੁਪਈਏ ਲੈ ਲੈਂਦੇ ਨੇ, ਚੁੱਪ ਕਰਕੇ ਬਹਿ ਜਾਂਦੇ ਨੇ। ਅਸੀਂ ਜਾਂਦੇ ਅੱਗੋਂ ਝਿੜਕਾਂ ਦਿੰਦੇ ਨੇ, ਧੱਕੇ ਮਾਰਦੇ ਨੇ। ਕੈਸਾ ਕਾਨੂੰਨ ਹੈ? ਸਹੀ ਤੁਹਾਡਾ ਇੰਜੀਨੀਅਰ ਸਹੀ, ਤੁਹਾਡੀ ਆ ਨਹੀਂ ਸਹੀ, ਤੁਸੀਂ ਫਲਾਣੀ। ਜੇ ਮੈਂ ਗਈ ਹਾਂ, ਮੈਂ ਕਿਹਾ ਭਾਈ ਤੁਸੀਂ ਜੋ ਪਰਚਾ ਕੱਟ ਲਿਆ ਮੈਨੂੰ ਪਰਚੇ ਦੀ ਨਕਲ ਦਿਓ, ਤੇ ਮੈਂ ਕਿਉਂ ਦੇਵਾਂ? ਜੇ ਮੈਂ ਉਹਨੂੰ ਕਿਹਾ ਤੂੰ ਮੁਜਰਮ ਨਹੀਂ ਫੜੇ, ਉਹਨਾਂ ਜ਼ਮਾਨਤਾਂ ਕਰਾਈਆਂ ਗਈਆਂ ਨੇ, ਮੈਂ ਕਿਵੇਂ ਫੜਾਂ? 15 ਬੰਦੇ ਨੇ, ਮੈਂ ਕਿਵੇਂ ਫੜਾਂ? ਮੈਂ ਫੜਾਂਗਾ ਕੋਈ ਬੇਗੁਨਾਹ ਕੋਈ ਗੁਨਾਹਵਾਰ, ਇਹ ਤਾਂ ਫੜੇ ਪਤਾ ਲੱਗਣਾ ਨਾ, ਕਿ ਫੜਨ ਤੋਂ ਬਗੈਰ ਪਤਾ ਲੱਗਣਾ। ਅਗਰ ਉਹ ਫੜੇ ਤਫਸੀਸ करे फिर ही पता लगेगा असल मुजरम कौन है ते गलत कौन है। ਤੇ ਜਿਹੜਾ ਤੁਹਾਡੇ ਬੇਟੇ ਦੇ ਨਾਲ ਕਤਲ ਹੋਇਆ ਉਹਦੇ ਘਰ ਵਾਲਿਆਂ ਨੇ ਕੋਈ ਰਾਬਤਾ? ਉਹਨਾਂ ਘਰ ਵਾਲਾ ਸਾਡੇ ਨਾਲ ਬੇਟਾ ਨਹੀਂ ਕੋਈ ਰਾਬਤਾ ਨਹੀਂ, ਝੂਠ ਨਹੀਂ ਬੋਲਣਾ। ਇਹਨੇ ਤਸੀਸੀ ਨੇ ਮੈਨੂੰ ਕਿਹਾ ਮੈਂ ਤੈਨੂੰ ਨੰਬਰ ਬੀਬੀ ਦਾ ਦੇਣਾ, ਤੂੰ ਉਹਦੇ ਨਾਲ ਰਾਬਤਾ ਕਰ। ਉਹਨੇ ਮੈਨੂੰ ਨੰਬਰ ਦਿੱਤਾ ਹੀ ਨਹੀਂ। ਅਸੀਂ ਅਗਰ ਉਹਨਾਂ ਨੂੰ ਜਾਣਦੇ ਹੋਈਏ ਨਾ, ਉਹਨਾਂ ਦਾ ਘਰ ਦਾ ਪਤਾ ਹੁੰਦਾ ਸੀ, ਉਹਨਾਂ ਦਾ ਘਰ ਚਲੇ ਜਾਂਦੇ। ਉਹਨਾਂ ਨੂੰ ਕਹਿੰਦੇ ਵੀ ਸਾਡੇ ਨਾਲ ਟੁਰੋ, ਸਾਨੂੰ ਘਰ ਦਾ ਹੀ ਨਹੀਂ ਬੇਟਾ ਪਤਾ, ਅਸੀਂ ਕਿਉਂ ਜਾਈਏ। ਉਹ ਕਿੱਧਰ ਦੇ ਰਹਿਣ ਵਾਲੇ? ਉਹ ਮਰੀਦ ਕਿਹਾ ਦੇ ਨੇ, ਬੁੱਢਣ ਕਾ ਪਿੰਡ ਹੈ, ਉੱਥੋਂ ਦੇ ਨੇ। ਤੇ ਬੇਟੇ ਦੀ ਤੁਹਾਡੇ ਇਸਲਾਮ ਦੁਆ ਕਿੱਥੇ? ਇਹ ਅੱਲਾ ਬਿਹਤਰ ਜਾਣਦਾ ਬੇਟਾ, ਅਸੀਂ ਇਸ ਗੱਲ ਨੂੰ ਨਹੀਂ ਜਾਣਦੇ। ਤੇ ਸਾਨੂੰ ਇੱਕੋ ਗਿਆ ਵੀ ਬਾਹਰ ਉਹਨੂੰ ਪਤਾ ਹੈ। ਅਸੀਂ ਜਦੋਂ ਪਤਾ ਹੀ ਨਹੀਂ, ਸਾਡੇ ਘਰੋਂ ਤੇ ਸਵੇਰ 12 ਵਜੇ ਕੰਮ ਤੇ ਜਾਂਦਾ ਸੀ, 12-1 ਵਜੇ ਰਾਤ ਨੂੰ ਵਾਪਸ ਆਉਂਦਾ ਸੀ। 4 ਵਜੇ ਰੈਸਟ ਹੁੰਦਾ ਸੀ, ਆਪਣਾ ਖਾਣਾ ਖੁਣਾ ਖਾਂਦਾ ਸੀ, ਬੀਵੀ ਨੂੰ ਖਵਾਉਂਦਾ ਸੀ, ਆਪ ਖਾਂਦਾ ਸੀ। 7 ਵਜੇ ਫਿਰ ਚਲਾ ਜਾਂਦਾ। ਸਾਨੂੰ ਜਿੱਥੋਂ ਤੱਕ ਪਤਾ ਮਜ਼ਦੂਰੀ ਕਰ 18-19 ਸਾਲ ਇਸ ਹੋਟਲ ਤੇ ਉਸ ਕੰਮ ਕੀਤਾ। 18-19 ਸਾਲ ਥੋੜੀ ਨਹੀਂ ਹੈ। 7 ਸਾਲ ਦਾ ਸੀ ਜਦੋਂ ਭਾਂਡੇ ਮਾਂਜਦਾ ਸੀ ਨਾ, ਤੇ ਬਰਤਨ ਨਜ਼ਰ ਨਹੀਂ ਸੀ ਆਉਂਦਾ ਹੁੰਦਾ। ਤੇ ਹੁਣ ਉਹ ਜਵਾਨ ਹੋਇਆ ਸੀ, ਹੁਣ ਮੇਰੇ ਵੇਖਣ ਦੇ ਦਿਨ ਸੀ, ਹੁਣ ਉਤਰਿਆ ਲੋਕਾਂ ਨੇ ਖਾ ਲਿਆ। ਹੁਣ ਉਹਨਾਂ ਮੇਰੇ ਕੋਲ ਛੱਡਿਆ ਹੀ ਨਹੀਂ, ਮੇਰੇ ਘਰ ਦਾ ਖਾਣਾ ਖਰਾਬ ਹੋ ਗਿਆ, ਮੇਰੀ ਦੁਨੀਆ ਹੀ ਲੁੱਟੀ ਗਈ, ਮੇਰਾ ਮੁਲਕ ਬਾਦ ਨਹੀਂ ਹੋਇਆ, ਬਰਬਾਦ ਹੋ ਗਿਆ। ਮੈਂ ਕੀ ਕਰਾਂ? ਕੱਖ ਨਹੀਂ ਰਹਿ ਗਿਆ। ਮੈਂ ਬੱਚੇ ਬਿਲਕੁਲ ਹੀ ਬੇਸਮਝ ਨੇ, ਅਣਜਾਣ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਤੇ ਰੋਕ ਕੇ ਰੋਟੀ ਮੰਗਣ ਵਾਲੇ ਨੇ। ਮਤਲਬ ਕੀ ਕਰਾਂ? ਇਹ ਹੈਗਾ ਜੀ, ਇਹ ਉਤਰਿਆ ਨਿਕਾਲ ਪਤਾ ਨਹੀਂ ਕਿਸ ਵਜ੍ਹਾ ਨਹੀਂ ਕਰਦਾ ਮੈਨੂੰ। ਮੈਂ ਤਾਂ ਰੋਜ਼ ਪੁੱਛਦੀ ਆ, ਮੈਨੂੰ ਦੱਸੋ ਉਤਰਿਓ। ਹੁਣ ਆਂਦੇ ਨੇ ਤੁਸੀਂ ਸੁਲਾਹ ਕਰ ਲਓ। ਇਹ ਸੱਚੀ ਦੀ ਸੁਲਾਹ ਕਰਾਂ ਟੁਰਿਆ 4 ਦਿਨ ਪਿੰਡ 'ਚ ਗਿਆ, ਕਿਸ ਤਰੀਕੇ ਨਾਲ ਮੈਂ ਸੁਲਾਹ ਕਰਾਂ? ਹੁਣ ਬੀਬੀ ਸੁਲਾਹ ਹੋਣੀ ਹੈ, ਅੱਜ ਵੀ ਹੋਣੀ, 12 ਵਜੇ ਵੀ ਹੋਣੀ, 10 ਵੀ ਮਾਰ ਲਾ ਸੁਲਾਹ ਹੋਣੀ ਹੈ। ਮੈਂ ਕਿਸ ਤਰੀਕੇ ਨਾਲ ਸੁਲਾਹ ਕਰਾਂ? ਪੈਸੇ ਲੈ ਕੇ ਸੁਲਾਹ ਕਰ ਲਾ। हाँ जी, किमें करा? नाजरीन ये देखें, ये है वो तब्दीली सरकार की दौरे हुकूमत, जिनका ये कहना था कि सबसे पहले महकमा पुलिस को दुरुस्त किया जाएगा, और किस तरह से दुरुस्त किया गया। ये कत्ल की अहम तरीन वारदात है। ये लोग गरीब तो हैं, लेकिन ये लोग तो हैं, ये पाकिस्तानी तो हैं, ये हमारे अपने हैं, मजदूर हैं, गरीब लोग हैं। उनके साथ इस तरह से जुल्म किया जा रहा है। उनके एक तो बेटे को कत्ल कर दिया गया, उसके बाद से पुलिस ने क्या किरदार अदा किया, और अब तक पुलिस क्या किरदार अदा कर रही है। 2 माह हो चुके हैं, ये कत्ल की एक वारदात नहीं, उसके साथ एक और नौजवान भी कत्ल हुआ है। ये दोहरे कत्ल की वारदात है, लेकिन उसके बावजूद पुलिस किस तरह से काम कर रही है, ये सब कुछ आपके सामने है। बूढ़े वालिदैन जिनका सहारा था असलम, उनकी ये अपील है कि हुकूमत पाकिस्तान, हुकूमत पंजाब जो इन्हें इंसाफ फराहम करे। मकतूल असलम का किरदार किस तरह का था और उसने अपनी जिंदगी किस तरह से गुजारी। 2 साल कबल शादी की, लेकिन अब तक उसे खुशखबरी का इंतजार था, लेकिन घर में तो कोहराम बरपा हो गया। ऊपर से ये हमारी पंजाब पुलिस का सलूक, लवाएकीन और अहले इलाका इस हवाले से क्या कहते हैं और हुकूमत वक्त से उनका क्या मुतालबा है, आइए आपको भी सुनवाते हैं।
नाज़रीन, जिला शेखुपुरा का इलाका फैक्ट्री एरिया, उसका जो इलाका है अब्बास नगर, वहाँ पर असलम नामी नौजवान को 2 माह कबल बेदर्दी के साथ कत्ल करके एक और नौजवान समेत उसकी लाश को खेतों में फेंक दिया गया। किस तरह से ये कत्ल की वारदात हुई वो तो आप जान चुके हैं, लेकिन इस वक्त हमारे साथ अहले इलाका मौजूद हैं, अहले मोहल्ला मौजूद हैं। उन्हीं की ज़ुबानी जान लेते हैं कि पुलिस इस अहम केस में क्या किरदार अदा कर रही है कि एक घर का सरबरा जो नौजवान था जिसकी 2 साल कबल शादी हुई थी, अभी उसने बहुत सी खुशियां देखनी थी, लेकिन उससे पहले ही वो कत्ल हो गया। और उसके बाद पुलिस ने क्या किया, इस गरीब घराने के साथ क्या सलूक किया जा रहा है कि कहोगे कहो जी असी असलम कोई एक्टिविटी ਉਹਦੀ ਕ੍ਰਿਮੀਨਲ ਐਕਟੀਵਿਟੀ ਕਦੋਂ ਦਾ ਰਹਿ ਰਿਹਾ ਇੱਥੇ? ਮੈਂ 5 ਸਾਲ ਮੈਨੂੰ ਹੋ ਗਏ ਨੇ ਇੱਥੇ ਕੰਮ ਕਰ, ਸਾਡਾ ਗੋਦਾਮ ਹੈਗਾ ਕੋਨੇ ਤੇ। 5 ਸਾਲ ਦੇ ਵਿੱਚ ਅਸੀਂ ਉਹਨੇ ਨਹੀਂ ਵੇਖਿਆ ਕਿਸੇ ਗੈਰ ਆਪਣਾ ਕਾਨੂੰਨੀ ਸਰਗਰਮੀ ਦੇ ਵਿੱਚ। ਅਸੀਂ ਉਹਨੇ ਇਹ ਵੇਖਿਆ ਸੁਬਾਹ ਕੰਮ ਤੇ ਜਾਣਾ, ਕੰਮ ਦੇ ਕੰਮ ਨਾਲ ਕਿਸੇ ਨਾਲ ਦਾ ਉਸੇ ਐਸੇ ਵੈਸੇ ਬੰਦੇ ਨਾਲ ਕੰਮ ਤੇ ਜਾਣਾ ਤੇ ਸ਼ਾਮ ਨੂੰ ਕੰਮ ਤੋਂ ਆ ਜਾਣਾ। ਅਸੀਂ ਉਹਦੇ ਵਿੱਚ ਕੋਈ ਐਸਾ ਐਪ ਨਹੀਂ ਵੇਖਿਆ ਕੋਈ ਕ੍ਰਿਮੀਨਲ ਹੋਵੇ ਜਾਂ ਉਹਦੇ ਕੋਲ ਆਪਣਾ ਕੋਈ ਸ਼ਰਾਬ ਜਾਂ ਨਸ਼ਾ ਕਿਸੇ ਕੋਈ ਚੀਜ਼ ਨਹੀਂ ਸੀ। ਸੁਬਾਹ ਕੰਮ ਤੇ ਜਾਣਾ, ਸ਼ਾਮ ਨੂੰ ਕੰਮ ਤੋਂ ਆ ਜਾਂਦਾ ਵਿਚਾਰਾ। ਉਹਦਾ ਜ਼ੁਲਮ ਹੋਇਆ ਤੇ ਬਹੁਤ ਜ਼ਿਆਦਾ ਜ਼ੁਲਮ ਹੋਇਆ ਤੇ ਸਾਡਾ ਮੁਤਾਲਬਾ ਇਹ ਕਿ ਸਾਨੂੰ ਇਨਸਾਫ ਮਿਲੇ। बिल्कुल इंसाफ मिलना चाहिए। क्या असलम के बारे में क्या जानते हो, कितनी देर से जानते हो? तकरीबन 6-7 साल से मैं रह रहा हूँ, इस पास में मेरा घर है। बहुत ही अच्छा लड़का था, पता भी नहीं था यहाँ पे कोई रहता है या नहीं रहता है। उसने आना सीधा घर से सुबह काम पे, बस इतना ही उसका काम है। इसके अलावा कहीं आते जाते कोई लड़के उसके पीछे आते जाते आज तक नहीं हमने देखे हैं। तकरीबन 6 साल हो चुके हैं यहाँ पे, आज तक नहीं कोई लड़का देखा कि उसके पीछे कोई आ रहा है जा रहा है या किसी से झगड़ा हो रहा है या कोई शराब पी के गालियाँ दे रहा है मोहल्ले में बाजार में या किसी की माँ बहन को छेड़ रहा है। ऐसा आज तक कोई हुआ ही नहीं है कुछ भी। तो पता क्या लगा, क्या हुआ? यही बस बोल रहा उधर जब डेथ हुई ना उनकी, हम गए थाना में, थाना फैक्ट्री एरिया में, तो उन्होंने हमें अंदर नहीं जाने दिया। कह रहे आप बाहर जाओ। हमने उसको बोला कि हम उनके मोहल्लेदार हैं, तो ऐसा तो वो लड़का है ही नहीं है। तो उन्होंने जो बाहर गार्ड बैठा हुआ उसने धमकियाँ देकर भागो यहाँ से, यहाँ पे कोई लाश नहीं है, हम आपको भी अंदर कर देंगे। मगा दिया। ये सलूक है हमारी पुलिस का। ये सुन रहे तुसी की कहोगे बेटे? मैं जी तकरीबन 15 साल ਦੇ ਨੂੰ ਜਾਣਾ ਵਾ। ਸਾਡੇ ਕੋਲ ਸ਼ਬਾਇਤ ਤੇ ਹੀ ਭਲੇ ਦਾ ਘਰ ਸੀ ਤੇ ਉਹਨਾਂ ਦੇ ਘਰ ਉਹਨਾਂ ਦਾ ਹੀ ਨਿਕਾਹ ਜਿਹਾ ਸੀ। ਠੀਕ ਹੈ ਕਿ ਇਹਦੀ ਕਿਸੇ ਦੇ ਨਾਲ ਲਾਗਤਬਾਜ਼ੀ ਨਹੀਂ ਸੀਗੀ। ਤੇ ਬੱਚਾ ਵਿਚਾਰਾ ਕਿਸੇ ਦੇ ਨਾਲ ਗਿਆ, ਧੋਖੇ 'ਚ ਮਾਰਿਆ ਗਿਆ ਵਿਚਾਰਾ। ਠੀਕ ਹੈ, ਉਸ ਤੋਂ ਬਾਅਦ ਕਿ ਇਹ ਵਿਚਾਰੇ ਮਾੜੇ ਲੋਕ ਨੇ, ਇਹਨਾਂ ਦਾ ਕੋਈ ਸੁਣਦੀ ਗੱਲ को नहीं सुनता ਪਿਆ। ठीक है, लिहाजा है कि मेहरबानी इनकी बात सुने। बिल्कुल मेहरबानी सुननी चाहिए। हुकूमत वक्त के लिए ये मैसेज है। ये वो लोग हैं जो मोहल्लेदार हैं असलम के, ख़वातीन की एक बड़ी तादाद मौजूद है। माँ जी तुसी की कहोगे की होया सारा? ज्यादती होई है, मेरा भतीजा लगदा। अच्छा, सवेरे 10 वजे जांदा ते रात ਨੂੰ ਆ ਜਾਂਦਾ। ਕੰਮ ਨਾ ਕੰਮ ਰੱਖਦਾ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਨਸ਼ਈ ਨਹੀਂ, ਪੰਖੀ ਨਹੀਂ। जुल्म हो गया। ਜ਼ੁਲਮ ਹੋ ਗਿਆ। तो हुन पुलिस की कर रही है? वो भी जुल्म कर रही है। ਉਹ ਵੀ ਜ਼ੁਲਮ ਕਰ ਰਹੀ ਹੈ। ਅਸੀਂ ਮਾੜੇ ਬੰਦੇ ਆ, ਸਾਨੂੰ ਇਨਸਾਫ ਚਾਹੀਦਾ। ਮੇਰਾ ਭਤੀਜਾ ਲੱਗਦਾ। आप क्या कहेंगे माँ जी, तुसी की कहोगे बाजी? भाई हमारे भाई लगते थे, मामू के बेटे थे, हमें इंसाफ चाहिए, यही हमारी गुजारिश है। हुकूमत कुछ भी नहीं कर रही, ना कोई पुलिस वाला कुछ भी नहीं कर रहा, हमारी कोई बात ही नहीं सुनता। आप क्या कहेंगे? भाई जास्ती हुई बहुत सारी, इंसाफ चाहिए सानू। होया की मतलब तुहानू की पता लगा? कुछ भी नहीं होया, पता नहीं इत्थे लगाया ने जगह दा पता नहीं की बनया है कि ना, कुछ दस भी नहीं रहे, ना इंसाफ दे रहे हैं, ना मुलजम फड़ रहे हैं, कोई भी नहीं कर रहा। बाजी तुसी ਬਈ ਪੁੱਤਰ ਵੀ ਸੀ ਤੇ ਜਵਾਈ ਵੀ ਸੀ ਤੇ ਅਸੀਂ ਇਹਨਾਂ ਨੂੰ ਇਨਸਾਫ ਚਾਹੀਦਾ ਹੈਗਾ ਵੀ ਕੋਈ ਕਿਸੇ ਨਾਲ ਲਾਗਤਬਾਜ਼ੀ ਵੀ ਨਹੀਂ ਹੈਗੀ, ਕੋਈ ਕਿਸੇ ਨਾਲ ਵੀ ਨਹੀਂ ਹੈਗੀ। ਤੇ ਫਿਰ ਇੰਜ ਕਰੇ ਜ਼ੁਲਮ ਕਰਨ ਜਿਹੜੇ ਪੁਲਿਸ ਵਾਲੇ ਨੇ ਉਹ ਵੀ ਨਹੀਂ ਸੁਣਦੇ, ਥਾਣੇ ਵਾਲੇ ਜਿਹੜੇ ਨਜਾਇਜ਼ ਦਾ ਧਿਆਨ ਦੇਣੇ ਵੀ ਉਧਰ ਜਾਓ ਜਾਂ ਉਧਰ ਜਾਓ। ਤੇ ਅੱਲਾ ਮਾਫ ਦੇ ਏਡਾ ਜ਼ੁਲਮ ਹੈ। ਅਸੀਂ ਏਰੀਏ ਵਿੱਚ ਆਏ ਤੇ ਕੋਈ ਵੀ ਸੁਣਨੀ ਗਿਣਨੀ ਚਾਹੀਦੀ ਹੈ ਨਾ ਪੁਲਿਸ ਵਾਲਿਆਂ ਨੂੰ, ਕੋਈ ਵੀ ਗਰੀਬ ਦੀ ਅਹਿਸਾਸ ਕਰਨਾ ਚਾਹੀਦਾ ਭਾਈ। ਤੇ ਕੋਈ ਇਹ ਹੈ ਵੀ ਸਾਨੂੰ ਇਨਸਾਫ ਚਾਹੀਦਾ, ਕੋਈ ਦੇ ਦੇਣ ਵੀ ਅਸੀਂ ਏਡਾ ਵੱਡਾ ਜ਼ੁਲਮ ਨਹੀਂ ਕੀਤਾ ਉਹਨਾਂ ਨਾਲ ਜਿਹੜਾ ਸਾਡੇ ਨਾਲ ਇੰਜ ਨਹੀਂ ਕਰਦੇ। ਉਹ ਚਾਹੁੰਦੇ ਨੇ ਸੁਲਾਹ ਕਰੋ, ਕਿਸ ਤਰੀਕੇ ਸੁਲਾਹ ਕਰੀਏ, ਉਹ ਕਿਹੜਾ ਮੰਜੀ ਤੇ ਪਿਆ ਜਿੰਨਾ ਸੁਲਾਹ ਕਰ ਲਈਏ। ਇਹ ਯਾਨੀ ਵੀ ਗਰੀਬ ਹੈਗੇ ਆ ਤੇ ਸਾਡੇ ਨਾਲ ਇਨਸਾਫ ਸਾਨੂੰ ਚਾਹੀਦਾ, ਦੇ ਦੇਣ ਸਾਨੂੰ, ਹੋਰ ਕੀ ਅਸੀਂ ਕਹਿਣਾ ਭਾਈ। ਤੁਸੀਂ ਬਾਜੀ ਕੀ ਕਹੋਗੇ? मेरे भाई से साडा भी यही कहना कि सानू इंसाफ चाहिए, वज़ीर आज़म दवे, उस्मान बरदार दवे। असी बड़ा रोल चुके, बड़ा सड़कों ते जलील हो चुके, पर सानू इंसाफ नहीं मिलिया है। मेरा भाई सानू घरों बाहर नहीं सी निकलन दिंदा, असी वो भी जगह वेख लईयां जिहड़ियां नहीं सी वेखणियां चाहिए।
ਲਿਆਜ਼ਾ ਅਪੀਲ ਇਹੋ ਹੀ ਹੈ ਕਿ ਸਾਨੂੰ ਇਨਸਾਫ ਚਾਹੀਦਾ। ਕਿਹੜੇ ਜੱਜ ਕੋਲ ਜਾਈਏ, ਕਿਹੜੇ ਵਕੀਲ ਕੋਲ ਜਾਈਏ, ਕਿਹੜੇ SHO ਕੋਲ ਜਾਈਏ, ਸਾਨੂੰ ਇਨਸਾਫ ਨਹੀਂ ਦੇ ਰਹੇ। ये एक बहन की फरियाद है, रोती हुई बहन। माई नानी फुप्पा लगती है ते साडे नाल बड़ा जुल्म होया, साडी कोई सुनना कुलना नहीं। उस दिन दे इत्थे बैठे आ, कदी आना ने शेखपुरे जाओ, कदी आना ने लाहौर जाओ, कदी आना ने किरे जाओ, डिप्टी को गया, SP को गया, थाने गया, कोई सुनना नहीं। अंदर नहीं बदल देंदे, आदर जाओ जाओ ਤੁਹਾਡਾ ਕੰਮ ਕੱਲ ਨੂੰ ਆਇਆ ਤੇ ਪਰਸੋਂ ਤਰੀਕ ਦੇ ਦਿੰਦੇ ਤੇ ਸਾਨੂੰ ਇਨਸਾਫ ਚਾਹੀਏ। ਸਾਡੀ ਵਾਸਤੇ ਬੜਾ ਕੀ ਹੈ, ਸਾਡੀ ਵਾਸਤੇ ਕੱਖ ਨਹੀਂ। ਸਾਡਾ ਦਿਲ ਦਾ ਟੁਕੜਾ ਲੁੱਟਿਆ ਗਿਆ, ਅਸੀਂ ਉਸ ਦਿਨ ਮਰ ਗਏ, ਸਾਡਾ ਕੱਖ ਨਹੀਂ ਰਹਿ ਗਿਆ। ਤੇ ਸਾਡੇ ਸਾਹਮਣੇ ਸਾਡੇ ਦੁਸ਼ਮਣ ਆੜ ਕੇ ਸੁਣਾ ਕਰੋ, ਇੰਨੇ ਪੈਸੇ ਦੇ ਲਓ, ਪੈਸੇ ਨਹੀਂ ਲੈਣੇ, ਸੁਣਾ ਸਾਨੂੰ ਇਨਸਾਫ ਚਾਹੀਦਾ। सुना बात की गल, सानू इंसाफ चाहिए, सानू इंसाफ दवाओ। इमरान खान दवावे, हुकूमत दवावे, हुकूमत खांदी है, गरीबां नहीं छोड़नी। हुकूमत दा ते नाम है माजी तहरीके इंसाफ दी हुकूमत है, तहरीके इंसाफ है, इंसाफ देने वाली तहरीक है। ते इहदे च इंसाफ नहीं लभ रहा। नहीं इहदे कोई इंसाफ नहीं। ਅਸੀਂ ਆਨੇ ਸਾਨੂੰ इंसाफ दवाओ, इंसाफ दवाओ, सानू कोई नहीं इंसाफ करना। मेरा भतीजा 2 महीने हो गए ते बड़े लाचार होए हुए, दिल करे तो मर जाइए, दिल करे तो बड़े ओ दिल थाम नहीं आए, ओ दिल थाम नहीं आए। पुत्र लगने ने साखरा नहीं वेख्या जाता, जिवें उहदी हालत होई है ना, अल्लाह किसे ना ना होए, नाने दुश्मन ना ना होए। सानू इंसाफ चाहिए, सानू अल्लाह वास्ते इंसाफ चाहिए। किसे अल्लाह रा थानू वास्ता जे, सानू इंसाफ चाहिए, सानू इंसाफ दो, सानू इंसाफ दो। असी पैसे वाले धार मारे सी, गरीबी कट देंदे, सानू इंसाफ, सानू इंसाफ। ये रोती गिड़गिड़ाती खवातीन न सिर्फ असलम की रिश्तेदार हैं, बल्कि अहले इलाका भी हैं, फुप्पी है, कोई चाची है, कोई मामी है, कोई मोहल्लेदार हैं। ये तमाम का यही मुतालबा है कि इन्हें इंसाफ चाहिए। और ये किससे इंसाफ मांग रहे हैं? हुकूमत वक्त से इंसाफ मांग रहे हैं, गिड़गिड़ा रहे हैं, रो रहे हैं। और इनका ये कहना है कि इन्हें पैसे नहीं चाहिए, इन्होंने अपने बेटे का, बच्चे का खून नहीं बेचना, अभी इंसाफ चाहिए। और वो इंसाफ किस तरह से मिलेगा जब हमारे इदारे, खास तौर पर हमारा अहम तरीन इदारा, जिसे जब ये हुकूमत वक्त इक़्तिदार में नहीं थी तो इसे निशाना बनाया जाता था तनकीद का, इसे दुरुस्त करने की बात की जाती थी, इस पुलिस कल्चर को तब्दील करने की बात की जाती थी। तो ये उस पुलिस कल्चर से अब तक गरीब अवाम इतनी परेशान है। ये कोई चोरी का केस नहीं, कोई डकैती का केस नहीं, कोई मामूली नौयत के जुर्म का केस नहीं, बल्कि एक कत्ल का केस है। और ये वो उस शख्स का कत्ल हुआ है जिसकी 2 साल कबल शादी हुई थी, जिसकी बीवी भी बेवा हो गई, पूरा घर जो उसके ही खर्चे पर चलता था, वो वाहिद कफील था पूरे घर को चलाने वाला, बेआसरा कर दिया गया। ये पूरे खानदान का कत्ल है। तो इन मुजाहिरीन का यही मुतालबा है, इन अहले इलाका का, इन घर वालों का, लवाहिकीन का, कि उन्हें इंसाफ फराहम किया जाए। ये किस तरह से किया जाएगा अब हम ये देखेंगे। हमारी जो कोशिश थी इनकी आवाज़ को हुक्मरानों तक पहुंचाना, लोगों तक पहुंचाना, अवाम तक पहुंचाना, वो हमने रख दिया है। अब किस तरह से पुलिस इसका इंसाफ करेगी उसका इंतजार रहेगा। असलम के कत्ल की वारदात हमें यह सबक देती है कि किसी भी अजनबी शख्स से ताल्लुक या दोस्ती बनाने से पहले उसे अच्छी तरह से भांप ले, नहीं तो अंजाम इसी तरह का भयानक हो सकता है। अपने इर्द गिर्द होने वाले जुर्म को फौरी 15 पर रिपोर्ट कीजिए। अपने मेजबान सलमान कुरैशी को इजाजत दीजिए। अल्लाह निगहबान।